हाँ जी बेटा, अगला शेड्यूलिंग एल्गोरिदम ਆਪਾਂ ਕਰਨ ਜਾ ਰਹੇ ਹਾਂ ਮਲਟੀ ਲੈਵਲ ਕਿਊ ਸ਼ੈਡਿਊਲਿੰਗ MLQ। ਉਹ ਕਹਿੰਦਾ ਮਲਟੀ ਲੈਵਲ ਕਿਊ ਸ਼ੈਡਿਊਲਿੰਗ ਕੀ ਹੈ। ਠੀਕ ਹੈ, ਇਹਦੇ ਵਿੱਚ ਜਿਹੜਾ ਕਲਾਸੀਫਾਈ ਆਪਾਂ ਕਰਦੇ ਹਾਂ ਪ੍ਰੋਸੈਸ ਅਕੋਰਡਿੰਗ ਟੂ ਦੇਅਰ ਟਾਈਪਸ, ਕਿ ਆਪਾਂ ਦੇਖਦੇ ਹਾਂ ਕਿ ਜਿਹੜੇ ਪ੍ਰੋਸੈਸ ਆ ਉਹਦੀਆਂ ਟਾਈਪਸ ਕੀ ਹੈ। ਠੀਕ ਹੈ, ਫੋਰ ਐਗਜ਼ਾਮਪਲ ਮਲਟੀ ਲੈਵਲ ਕਿਊ ਸ਼ੈਡਿਊਲਿੰਗ ਐਲਗੋਰਿਦਮ ਵਿੱਚ ਕੀ ਹੁੰਦਾ ਉਹ ਕਹਿੰਦਾ ਆਪਾਂ ਇੱਕ ਕਾਮਨ ਡਿਵੀਜ਼ਨ ਕਰ ਲੈਂਦੇ ਹਾਂ ਬਿਟਵੀਨ ਦੋ ਤਰ੍ਹਾਂ ਦੇ ਪ੍ਰੋਸੈਸ ਹੁੰਦੇ ਆ, ਜਿਵੇਂ ਫੋਰਗਰਾਊਂਡ ਪ੍ਰੋਸੈਸ ਅਤੇ ਬੈਕਗਰਾਊਂਡ ਪ੍ਰੋਸੈਸ। ਠੀਕ ਹੈ, ਤਾਂ ਦੋ ਅਲੱਗ ਤਰ੍ਹਾਂ ਦੀਆਂ ਆਪਾਂ ਕਿਊਜ਼ ਮੇਨਟੇਨ ਕਰ ਲੈਂਦੇ ਹਾਂ ਕਿ ਅੱਗੇ ਸਿਰਫ ਇੱਕ ਕਿਊ ਸੀ, ਜਿਵੇਂ ਰੈਡੀ ਕਿਊ। ਹੁਣ ਤੱਕ ਆਪਾਂ ਜਿੰਨੇ ਵੀ ਐਲਗੋਰਿਦਮਸ ਕੀਤੇ ਆ ਫਸਟ ਕਮ ਫਸਟ ਸਰਵ ਪ੍ਰਿਓਰਿਟੀ ਜਾਂ ਰਾਊਂਡ ਰੋਬਿਨ। ਮਲਟੀ ਲੈਵਲ ਕਿਊ ਦਾ ਮਤਲਬ ਆ ਕਿ ਮਲਟੀਪਲ ਕਿਊਜ਼ ਹੈ। ਉਹ ਕਹਿੰਦਾ ਆਪਾਂ ਜੋਬਸ ਨੂੰ ਡਿਸਾਈਡ ਕੀਤਾ ਕਿ ਜੋਬ ਕਿਸ ਤਰ੍ਹਾਂ ਦੀ ਹੈ, ਪ੍ਰੋਸੈਸ ਕਿਸ ਤਰ੍ਹਾਂ ਦਾ, ਇੰਟਰੈਕਟਿਵ ਪ੍ਰੋਸੈਸ ਹੈ, ਫੋਰਗਰਾਊਂਡ ਪ੍ਰੋਸੈਸ ਹੈ ਜਾਂ ਉਹ ਬੈਕਗਰਾਊਂਡ ਪ੍ਰੋਸੈਸ ਹੈ। ਠੀਕ ਹੈ, ਔਰ ਉਹਦੇ ਅਕੋਰਡਿੰਗਲੀ ਦੋ ਮਤਲਬ ਕਿਊਜ਼ ਡਿਸਾਈਡ ਕਰ ਲਈਆਂ। ਟੂ ਪ੍ਰੋਸੈਸਿਸ ਹੈਵ ਡਿਫਰੈਂਟ ਰਿਸਪੌਂਸ ਟਾਈਮ। ਤਾਂ ਅਲੱਗ-ਅਲੱਗ ਆਪਾਂ ਉਹ ਕਹਿੰਦਾ ਜੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਸੈਸ ਹੈ ਤਾਂ ਉਹਨਾਂ ਦਾ ਅਲੱਗ-ਅਲੱਗ ਰਿਸਪੌਂਸ ਟਾਈਮ ਹੋਊਗਾ, ਅਲੱਗ ਤਰ੍ਹਾਂ ਦੀ ਸ਼ੈਡਿਊਲਿੰਗ ਵਿੱਚ ਆਪਾਂ ਡੀਲ ਕਰਾਂਗੇ। ਠੀਕ, ਉਹ ਕਹਿੰਦਾ ਇਸ ਸ਼ੈਡਿਊਲਿੰਗ ਦੇ ਵਿੱਚ ਕੀ ਹੁੰਦਾ, ਆਪਾਂ ਰੈਡੀ ਕਿਊ ਨੂੰ ਡਿਵਾਈਡ ਕਰ ਲੈਂਦੇ ਵੇਰੀਅਸ ਕਿਊਜ਼ ਦੇ ਵਿੱਚ, ਮਤਲਬ ਕਿਊਜ਼ ਇੱਕ ਤੋਂ ਜ਼ਿਆਦਾ ਹੁੰਦੀਆਂ ਡਿਪੈਂਡਿੰਗ ਅਪੋਨ ਦਾ ਟਾਈਪ ਆਫ ਪ੍ਰੋਸੈਸ। ਠੀਕ, ਜਿਵੇਂ ਉਹ ਡਾਇਗਰਾਮ ਦੇ ਵਿੱਚ ਦੱਸ ਰਿਹਾ ਕਿ ਤਿੰਨ ਤਰ੍ਹਾਂ ਦੀਆਂ ਕਿਊਜ਼ ਬਣਾ ਲਈਆਂ। ਉਹ ਕਹਿੰਦਾ ਕਿਊਜ਼ ਤੁਸੀਂ ਜਿਵੇਂ ਮਰਜ਼ੀ ਡਿਵਾਈਡ ਕਰ ਸਕਦੇ ਹੋ, ਫੋਰਗਰਾਊਂਡ ਬੈਕਗਰਾਊਂਡ ਬੇਸ 'ਤੇ ਕਰ ਸਕਦੇ ਹੋ, ਜਾਂ ਪ੍ਰਿਓਰਿਟੀ ਵਾਈਜ਼ ਆਪਾਂ ਕਿਊਜ਼ ਡਿਸਾਈਡ ਕਰ ਸਕਦੇ ਹਾਂ ਕਿ ਤਿੰਨ ਕਿਊਜ਼ ਬਣਾ ਲਈਆਂ। ਹਾਈ ਪ੍ਰਿਓਰਿਟੀ ਜੋਬਸ ਲਈ ਕਿਊ ਬਣੀ ਇੱਕ ਅਲੱਗ, ਮੀਡੀਅਮ ਪ੍ਰਿਓਰਿਟੀ ਜੋਬਸ ਲਈ ਅਲੱਗ ਕਿਊ ਬਣਾਈ, ਔਰ ਲੋ ਪ੍ਰਿਓਰਿਟੀ ਜੋਬਸ ਲਈ ਅਲੱਗ ਤੋਂ ਕਿਊ ਬਣਾ ਲਈ। ਕਿ ਨੰਬਰ ਆਫ ਕਿਊਜ਼ ਇਨਕਰੀਜ਼ ਹੋ ਗਈਆਂ, ਕਿ ਜਿਸ ਤਰ੍ਹਾਂ ਦੀ ਕਿਊ ਹੈ ਜਿਹੜੀ ਜੋਬ ਆਊਗੀ ਉਸ ਤਰ੍ਹਾਂ ਦੀ ਕਿਊ ਦੇ ਵਿੱਚ ਉਹ ਪਲੇਸ ਹੋ ਜੂਗੀ। ਉਹ ਕਹਿੰਦੇ ਪ੍ਰੋਸੈਸ ਜਿਹੜੇ ਆ ਉਹ ਪਰਮਾਨੈਂਟਲੀ ਅਸਾਈਨ ਹੋ ਜਾਣਗੇ ਸਬ ਕਿਊਜ਼ ਦੇ ਵਿੱਚ ਔਨ ਦਾ ਬੇਸਿਸ ਆਫ ਸਮ ਪ੍ਰੋਪਰਟੀ, ਕਿ ਪ੍ਰੋਸੈਸ ਦੀ ਪ੍ਰੋਪਰਟੀ ਕੀ ਹੈ, ਕਿ ਜਿਸ ਤਰ੍ਹਾਂ ਦੀ ਪ੍ਰੋਪਰਟੀ ਉਹਦੀ ਹੋਊਗੀ ਉਸ ਤਰ੍ਹਾਂ ਦੀ ਕਿਊ ਦੇ ਵਿੱਚੋਂ ਲੱਗ ਜਾਏਗਾ। ਅਗਰ ਉਹਦੀ ਪ੍ਰੋਪਰਟੀ ਪ੍ਰਿਓਰਿਟੀ ਬੇਸਡ ਹੈ, ਲੋ ਪ੍ਰਿਓਰਿਟੀ ਕਿਊ ਪ੍ਰੋਸੈਸ ਆ ਗਿਆ ਤਾਂ ਉਹ ਲੋ ਪ੍ਰਿਓਰਿਟੀ ਕਿਊ ਦੇ ਵਿੱਚ ਲੱਗ ਜਾਏਗਾ। ਅਗਰ ਹਾਈ ਪ੍ਰਿਓਰਿਟੀ ਪ੍ਰੋਸੈਸ ਆ ਗਿਆ ਉਹ ਹਾਈ ਪ੍ਰਿਓਰਿਟੀ ਕਿਊ ਦੇ ਵਿੱਚ ਲੱਗ ਜਾਏਗਾ। ਠੀਕ ਹੈ, ਉਹ ਕਹਿੰਦਾ ਹਰੇਕ ਸਬ ਕਿਊ ਲਈ ਅਲੱਗ-ਅਲੱਗ ਸ਼ੈਡਿਊਲਿੰਗ ਐਲਗੋਰਿਦਮ ਯੂਜ਼ ਹੁੰਦਾ। ਜ਼ਰੂਰੀ ਨਹੀਂ ਕਿ ਸਾਰਿਆਂ ਲਈ ਸੇਮ ਸ਼ੈਡਿਊਲਿੰਗ ਐਲਗੋਰਿਦਮ ਯੂਜ਼ ਕਰਨਾ। ਜਿਵੇਂ ਉਹ ਕਹਿੰਦਾ ਕਿ ਫੋਰਗਰਾਊਂਡ ਪ੍ਰੋਸੈਸ ਹੈ, ਸਪੋਜ਼ ਦੋ ਕਿਊਜ਼ ਹੈ, ਇੱਕ ਫੋਰਗਰਾਊਂਡ ਅਤੇ ਇੱਕ ਬੈਕਗਰਾਊਂਡ। ਠੀਕ ਹੈ, ਜਿਹੜੇ ਫੋਰਗਰਾਊਂਡ ਪ੍ਰੋਸੈਸ ਉਹ ਇੱਕ ਕਿਊ 'ਚ ਲੱਗਣੇ ਆ ਉਹਦੇ ਲਈ ਅਲੱਗ ਸ਼ੈਡਿਊਲਿੰਗ ਐਲਗੋਰਿਦਮ ਯੂਜ਼ ਹੋ ਸਕਦਾ, ਜਿਵੇਂ ਆਪਾਂ ਰਾਊਂਡ ਰੋਬਿਨ ਯੂਜ਼ ਕਰਦੇ ਹਾਂ। ਫੋਰਗਰਾਊਂਡ ਹੁੰਦਾ ਜਿਹੜੇ ਔਨ ਸਕਰੀਨ ਪ੍ਰੋਸੈਸ ਚੱਲਣੇ ਆ ਤਾਂ ਉਹਨਾਂ ਲਈ ਰਾਊਂਡ ਰੋਬਿਨ ਸ਼ੈਡਿਊਲਿੰਗ ਯੂਜ਼ ਹੁੰਦੀ ਹੈ। ਜੇ ਬੈਕਗਰਾਊਂਡ ਪ੍ਰੋਸੈਸ ਆਪਾਂ ਕਹਿੰਦੇ ਜਿਹੜੇ ਚੱਲ ਰਹੇ ਆ ਉਹਦੇ ਲਈ ਚੱਲਦੀ ਹੈ ਫਸਟ ਕਮ ਫਸਟ ਸਰਵ ਸ਼ੈਡਿਊਲਿੰਗ। ਤਾਂ ਅਲੱਗ-ਅਲੱਗ ਕਿਊਜ਼ ਲਈ ਅਲੱਗ-ਅਲੱਗ ਸ਼ੈਡਿਊਲਿੰਗ ਲਗਾਈ ਜਾ ਸਕਦੀ ਹੈ। ਉਹ ਕਹਿੰਦਾ ਇਸੇ ਤਰ੍ਹਾਂ ਅਗਰ ਆਪਾਂ ਸ਼ੈਡਿਊਲਿੰਗ ਡਿਸਾਈਡ ਕੀਤੀ ਔਨ ਦਾ ਬੇਸਿਸ ਆਫ ਕਿਊਜ਼ ਡਿਸਾਈਡ ਕੀਤੀਆਂ ਵਾ ਔਨ ਦਾ ਬੇਸਿਸ ਆਫ ਪ੍ਰਿਓਰਿਟੀ, ਤਾਂ ਤਿੰਨ ਕਿਊਜ਼ ਹੈ ਔਰ ਹਰੇਕ ਕਿਊ ਆਪਣਾ ਆਪਣਾ ਸ਼ੈਡਿਊਲਿੰਗ ਐਲਗੋਰਿਦਮ ਯੂਜ਼ ਕਰ ਸਕਦੀ ਹੈ। ਠੀਕ, ਉਹ ਕਹਿੰਦਾ ਹਾਈ ਪ੍ਰਿਓਰਿਟੀ, ਲੋ ਪ੍ਰਿਓਰਿਟੀ ਅਤੇ ਮੀਡੀਅਮ ਪ੍ਰਿਓਰਿਟੀ। ਲੋ ਪ੍ਰਿਓਰਿਟੀ ਵਿੱਚ ਬੈਚ ਜੋਬਸ ਜਾਂਦੀਆਂ ਜਿਹੜੀਆਂ ਬੈਕਗਰਾਊਂਡ ਜੋਬਸ ਹੁੰਦੀਆਂ ਵਾ, ਬੈਕਗਰਾਊਂਡ 'ਤੇ ਰਨ ਹੁੰਦੀਆਂ, ਤਾਂ ਉਹਦੇ ਲਈ ਜਿਹੜਾ ਸ਼ੈਡਿਊਲਿੰਗ ਐਲਗੋਰਿਦਮ ਯੂਜ਼ ਹੁੰਦਾ ਉਹ ਫਸਟ ਕਮ ਫਸਟ ਸਰਵ ਸ਼ੈਡਿਊਲਿੰਗ ਐਲਗੋਰਿਦਮ ਯੂਜ਼ ਹੁੰਦਾ। ਮੀਡੀਅਮ ਪ੍ਰਿਓਰਿਟੀ ਜੋਬਸ ਆ ਜਿਹੜੀਆਂ ਇੰਟਰੈਕਟਿਵ ਪ੍ਰੋਸੈਸ ਆ, ਫੋਰਗਰਾਊਂਡ ਪ੍ਰੋਸੈਸ ਹੈ। ਠੀਕ, ਉਹਦੇ ਲਈ ਰਾਊਂਡ ਰੋਬਿਨ ਸ਼ੈਡਿਊਲਿੰਗ ਯੂਜ਼ ਹੁੰਦੀ ਹੈ। ਹਾਈ ਪ੍ਰਿਓਰਿਟੀ ਹੈ ਜਿਹੜੇ ਸਿਸਟਮ ਪ੍ਰੋਸੈਸ ਆ, ਕੋਈ ਇੰਟਰਪਟ ਜਨਰੇਟ ਹੋ ਗਈ ਹਾਈ ਪ੍ਰਿਓਰਿਟੀ, ਤਾਂ ਉਹਦੇ ਲਈ ਸ਼ੈਡਿਊਲਿੰਗ ਹੁੰਦੀ ਹੈ ਇਵੈਂਟ ਡਰਿਵਨ ਸ਼ੈਡਿਊਲਿੰਗ, ਕਿ ਜਿਵੇਂ ਹੀ ਇਵੈਂਟ ਆਇਆ ਨਾਲ ਦੀ ਨਾਲ ਉਹਨੂੰ ਐਗਜ਼ੀਕਿਊਟ ਕਰਨਾ ਸ਼ੁਰੂ ਕਰਤਾ ਹਾਈ ਪ੍ਰਿਓਰਿਟੀ ਨੂੰ। ਉਹ ਕਹਿੰਦਾ ਉਸ ਤੋਂ ਬਾਅਦ ਫਿਰ ਪ੍ਰੋਸੈਸਰ ਇਹਨਾਂ ਨੂੰ ਅਲਾਟ ਹੁੰਦਾ ਔਰ ਪ੍ਰੋਸੈਸਰ ਦੀ ਸਵਿਚਿੰਗ ਹੁੰਦੀ ਰਹਿੰਦੀ ਹੈ ਕਿਊ ਲਈ, ਕਦੇ ਕਿਸੇ ਕਿਊ ਨੂੰ ਪ੍ਰੋਸੈਸਰ ਅਲਾਟ ਹੁੰਦਾ, ਕਦੇ ਕਿਸੇ ਕਿਊ ਨੂੰ। ਉਹ ਕਹਿੰਦਾ ਜਦੋਂ ਪ੍ਰੋਸੈਸਰ ਜਿਹੜਾ ਅਲਾਟ ਹੋਣਾ ਵਾ ਉਹ ਪ੍ਰਿਓਰਿਟੀ ਬੇਸ ਅਲਾਟ ਹੁੰਦਾ ਟਾਈਮ ਸਲਾਈਸ ਬੇਸਡ, ਮਤਲਬ ਜਿਵੇਂ ਇੱਕ ਪਹਿਲੀ ਟਾਈਮ ਸਲਾਈਸ ਹਾਈ ਪ੍ਰਿਓਰਿਟੀ ਕਿਊ ਨੂੰ ਮਿਲੂ, ਫਿਰ ਅਗਲੀ ਟਾਈਮ ਸਲਾਈਸ ਮੀਡੀਅਮ ਪ੍ਰਿਓਰਿਟੀ ਕਿਊ ਨੂੰ ਮਿਲੂ, ਅਗਲੀ ਟਾਈਮ ਸਲਾਈਸ ਲੋ ਪ੍ਰਿਓਰਿਟੀ ਕਿਊ ਨੂੰ ਮਿਲੂਗੀ। ਤਾਂ ਪ੍ਰੋਸੈਸਰ ਦਾ ਟਾਈਮ ਜਿਹੜਾ ਵਾ ਟਾਈਮ ਸਲਾਈਸ ਜਿਹੜੀ ਉਹ ਕਿਊਜ਼ ਵਾਈਜ਼ ਡਿਸਾਈਡ ਹੁੰਦੀ ਹੈ। ਠੀਕ ਹੈ, ਉਹ ਕਹਿੰਦਾ ਇਹਦੇ ਵਿੱਚ ਅਲੱਗ-ਅਲੱਗ ਕਿਊਜ਼ ਔਰ ਹਰੇਕ ਕਿਊ ਡਿਫਰੈਂਟ ਸ਼ੈਡਿਊਲਿੰਗ ਐਪਰੋਚ ਯੂਜ਼ ਕਰ ਰਹੀ ਹੈ ਔਰ ਪ੍ਰੋਸੈਸਰ ਉਹਨਾਂ ਨੂੰ ਕਿਊਜ਼ ਨੂੰ ਅਲਾਟ ਹੋ ਰਿਹਾ ਹੁੰਦਾ ਬੇਸਿਸ ਆਫ ਟਾਈਮ ਸਲਾਈਸ। ਉਹ ਕਹਿੰਦਾ ਜਿਵੇਂ ਸਪੋਜ਼ ਇੱਕ ਸਿਸਟਮ ਕੰਸੀਡਰ ਕਰ ਲਓ ਜਿਹਦੇ ਵਿੱਚ 4 ਕਿਊਜ਼ ਹੈ, ਜਿੰਨੀਆਂ ਮਰਜ਼ੀ ਕਿਊਜ਼ ਆਪਾਂ ਬਣਾ ਸਕਦੇ ਹਾਂ। ਇੱਕ ਸਿਸਟਮ ਪ੍ਰੋਸੈਸ ਦੀਆਂ ਕਿਊਜ਼ ਹੈ, ਇੱਕ ਇੰਟਰੈਕਟਿਵ ਪ੍ਰੋਸੈਸ ਦੀਆਂ ਕਿਊਜ਼ ਹੈ, ਇੱਕ ਬੈਚ ਦੀ ਪ੍ਰੋਸੈਸ ਕਿਊ ਹੈ, ਇੱਕ ਐਂਡ ਯੂਜ਼ਰ ਕਿਊ ਹੈ। ਠੀਕ ਹੈ, ਉਹ ਕਹਿੰਦਾ ਇਸ ਐਗਜ਼ਾਮਪਲ ਦੇ ਵਿੱਚ ਕੀ ਆ, ਹਰੇਕ ਕਿਊ ਦੇ ਵਿੱਚ ਐਬਸੋਲਿਊਟ ਪ੍ਰਿਓਰਿਟੀ ਓਵਰ ਲੋ ਪ੍ਰਿਓਰਿਟੀ। ਠੀਕ ਹੈ, ਕਿਊਜ਼ ਉਹ ਕਹਿੰਦਾ ਹਰੇਕ ਦੀ ਪ੍ਰਿਓਰਿਟੀ ਮਤਲਬ ਸੈੱਟ ਕੀਤੀ ਹੋਈ ਹੈ। ਨੋ ਪ੍ਰੋਸੈਸ ਇਨ ਬੈਚ ਕਿਊ ਕੁਡ ਰਨ ਅਨਲੈਸ ਦਾ ਕਿਊਜ਼ ਫਰੋਮ ਦਾ ਸਿਸਟਮ ਪ੍ਰੋਸੈਸ ਐਂਡ ਇੰਟਰੈਕਟਿਵ ਪ੍ਰੋਸੈਸ ਵਿਰ ਆਲ ਐਮਟੀ। ਉਹ ਕਹਿੰਦਾ ਇਹਨਾਂ ਦੀ ਆਪਾਂ ਪ੍ਰਿਓਰਿਟੀ ਸੈੱਟ ਕੀਤੀ ਹੋਈ ਹੈ ਕਿ ਜਿਹੜੀ ਹਾਈ ਪ੍ਰਿਓਰਿਟੀ ਕਿਊ ਆ ਉਹ ਸਭ ਤੋਂ ਪਹਿਲਾਂ ਉਹਦੇ ਪ੍ਰੋਸੈਸ ਰਨ ਹੋਣਗੇ। ਠੀਕ ਹੈ, ਉਹ ਕਹਿੰਦਾ ਜਦੋਂ ਤੱਕ ਜਿਵੇਂ ਹੁਣ ਆਪਾਂ ਕਹਿੰਦੇ ਹਾਂ ਜਦੋਂ ਤੱਕ ਸਿਸਟਮ ਅਤੇ ਇੰਟਰੈਕਟਿਵ ਪ੍ਰੋਸੈਸ, ਸਿਸਟਮ ਪ੍ਰੋਸੈਸ ਦੀ ਹਾਈ ਪ੍ਰਿਓਰਿਟੀ ਆ, ਉਦੋਂ ਬਾਅਦ ਇੰਟਰੈਕਟਿਵ ਦੀ ਹੈ। ਉਹ ਕਹਿੰਦਾ ਜਦੋਂ ਤੱਕ ਸਿਸਟਮ ਪ੍ਰੋਸੈਸ ਅਤੇ ਇੰਟਰੈਕਟਿਵ ਪ੍ਰੋਸੈਸ ਕੰਪਲੀਟ ਨਹੀਂ ਹੋ ਜਾਂਦੇ ਉਦੋਂ ਤੱਕ ਬੈਚ ਪ੍ਰੋਸੈਸ ਦੀ ਜਿਹੜੀ ਜੋਬ ਉਹ ਐਗਜ਼ੀਕਿਊਟ ਨਹੀਂ ਹੋਊਗੀ। ਤਾਂ ਮਤਲਬ ਕਿ ਆਪਾਂ ਪ੍ਰਿਓਰਿਟੀ ਸੈੱਟ ਕਰ ਸਕਦੇ ਹਾਂ। ਜੇ ਆਪਾਂ ਪ੍ਰਿਓਰਿਟੀ ਸੈੱਟ ਕੀਤੀ ਹੈ 1 2 3, 1 ਮੀਨਸ ਹਾਈ ਪ੍ਰਿਓਰਿਟੀ ਤਾਂ ਪਹਿਲਾਂ ਸਾਰੀਆਂ ਸਿਸਟਮ ਪ੍ਰੋਸੈਸ ਦੀਆਂ ਕੰਪਲੀਟ ਹੋਣਗੀਆਂ, ਫਿਰ ਇੰਟਰੈਕਟਿਵ ਪ੍ਰੋਸੈਸ ਦੀਆਂ ਕੰਪਲੀਟ ਹੋਣਗੀਆਂ, ਫਿਰ ਬੈਚ ਦੀਆਂ ਕੰਪਲੀਟ ਹੋਣਗੀਆਂ। ਠੀਕ,
ਉਹ ਕਹਿੰਦਾ ਇਸ ਤਰ੍ਹਾਂ ਚੱਲੂਗੀ। ਉਹ ਕਹਿੰਦਾ ਅਗਰ ਆਪਾਂ ਕਹਿੰਦੇ ਹਾਂ ਕਿ ਆਪਾਂ ਪ੍ਰੀਐਂਪਸ਼ਨ ਅਲਾਓ ਕੀਤੀ ਹੋਈ ਹੈ ਤਾਂ ਫਿਰ ਪ੍ਰੀਐਂਪਸ਼ਨ ਹੋ ਸਕਦੀ ਹੈ। ਉਹ ਕਹਿੰਦਾ ਜਿਵੇਂ ਸਪੋਜ਼ ਆ 4 ਪ੍ਰੋਸੈਸ ਹੈ, ਸਿਸਟਮ, ਇੰਟਰੈਕਟਿਵ, ਬੈਚ ਅਤੇ ਐਂਡ ਯੂਜ਼ਰ, ਠੀਕ। ਤਾਂ ਹਰੇਕ ਨੂੰ ਟਾਈਮ ਅਲਾਟ ਕੀਤਾ ਹੋਇਆ, ਕੁਛ ਟਾਈਮ ਲਈ ਅਗਰ ਆਪਾਂ ਪ੍ਰੀਐਂਪਸ਼ਨ ਅਲਾਓ ਕਰਦੇ ਹਾਂ ਤਾਂ ਪਹਿਲਾਂ ਹਾਈ ਪ੍ਰਾਇਓਰਟੀ ਨਹੀਂ ਐਗਜ਼ੀਕਿਊਟ ਹੁੰਦੀਆਂ, ਫਿਰ ਉਸ ਤੋਂ ਬਾਅਦ ਲੋ ਪ੍ਰਾਇਓਰਟੀ, ਫਿਰ ਉਸ ਤੋਂ ਲੋ, ਫਿਰ ਉਸ ਤੋਂ ਲੋ। ਐਡਵਾਂਟੇਜ ਕੀ ਹੈ ਕਿਊ ਸ਼ਡਿਊਲਿੰਗ ਦੀ? ਅਲੱਗ ਅਲੱਗ ਕਿਊਜ਼ ਬਣਾਉਣ ਦਾ ਬੈਨੀਫਿਟ ਕੀ ਹੈ? ਉਹ ਕਹਿੰਦਾ ਪ੍ਰੋਸੈਸਿਸ ਪਰਮਾਨੈਂਟਲੀ ਅਸਾਈਨ ਹੋ ਗਏ ਕਿਊ ਨੂੰ ਉਹਦੀ ਵਰਕਿੰਗ ਬੇਸ 'ਤੇ, ਠੀਕ ਹੈ। ਉਹਨਾਂ ਦੀ ਨੇਚਰ ਬੇਸ 'ਤੇ ਆਪਾਂ ਅਲਾਟ ਕਰਤਾ। ਔਰ ਸਭ ਤੋਂ ਵਧੀਆ ਮੈਥਡ ਇਹ ਸੀ ਕਿ ਸ਼ਡਿਊਲਿੰਗ ਓਵਰਹੈਡ ਘੱਟ ਗਈ, ਕਿ ਜਿਸ ਤਰ੍ਹਾਂ ਦੀ ਜੋਬ ਆ ਉਸ ਤਰ੍ਹਾਂ ਦੀ ਕਿਊ ਦੇ ਵਿੱਚ ਆ ਉਦੋਂ ਹੀ ਉਹਦੀ ਟਰਨ ਆਊਗੀ। ਡਿਸਐਡਵਾਂਟੇਜ ਕੀ ਹੈ? ਉਹ ਕਹਿੰਦਾ ਲੋ ਪ੍ਰਾਇਓਰਟੀ ਪ੍ਰੋਸੈਸ ਜਿਹੜੇ ਆ, ਹਰ ਵਾਰੀ ਹਾਈ ਪ੍ਰਾਇਓਰਟੀ ਪ੍ਰੋਸੈਸ ਨੂੰ ਪ੍ਰਾਇਓਰਟੀ ਮਿਲ ਜਾਂਦੀ, ਲੋ ਪ੍ਰਾਇਓਰਟੀ ਜਿਹੜੀ ਕਿਊ ਆ ਉਹਦੇ ਪ੍ਰੋਸੈਸ ਆਫ ਸਟਾਰਵੇਸ਼ਨ ਚਲੇ ਜਾਂਦੇ ਆ, ਕਈ ਵਾਰੀ ਐਗਜ਼ੀਕਿਊਟ ਨਹੀਂ ਹੁੰਦੇ ਕਿਉਂਕਿ ਹਾਈ ਪ੍ਰਾਇਓਰਟੀ ਕਈ ਵਾਰੀ ਖਾਲੀ ਨਹੀਂ ਹੁੰਦੀ। ਜਦੋਂ ਹਾਈ ਪ੍ਰਾਇਓਰਟੀ ਦੀਆਂ ਖਤਮ ਹੋ ਜਾਣਗੀਆਂ ਤਾਂ ਹੀ ਉਸ ਤੋਂ ਨੀਚੇ ਵਾਲੇ ਦੀਆਂ ਚੱਲਣੀਆਂ। ਤਾਂ ਉਹ ਕਹਿੰਦਾ ਲੋ ਪ੍ਰਾਇਓਰਟੀ ਦੀ ਕਈ ਵਾਰੀ ਟਰਨ ਹੀ ਨਹੀਂ ਆਉਂਦੀ ਕਿਉਂਕਿ ਹਾਈ ਪ੍ਰਾਇਓਰਟੀ ਜਿਹੜੀ ਉਹ ਐਮਪਟੀ ਨਹੀਂ ਹੋਈ। ਇਨਫਲੈਕਸੀਬਲ ਪ੍ਰੋਸੈਸ ਹੈ, ਕੈਨ ਨੈਵਰ ਚੇਂਜ ਦੇਅਰ ਕਿਊਜ਼। ਔਰ ਜਿਹੜਾ ਪ੍ਰੋਸੈਸ ਆਪਾਂ ਹੁਣ ਉਹਦੀ ਕਿਊ ਵੀ ਚੇਂਜ ਨਹੀਂ ਕਰ ਸਕਦੇ, ਪਰਮਾਨੈਂਟਲੀ ਫਿਕਸ ਹੋ ਚੁੱਕੀ ਹੈ, ਅਸਾਈਨ ਹੋ ਚੁੱਕੀ ਹੈ। ਤਾਂ ਉਹ ਕਹਿੰਦਾ ਇਸ ਪ੍ਰੋਬਲਮ ਨੂੰ ਰਿਮੂਵ ਕਰਨ ਲਈ ਅਗਲਾ ਐਲਗੋਰਿਦਮ ਯੂਜ਼ ਹੁੰਦਾ ਮਲਟੀ ਲੈਵਲ ਫੀਡਬੈਕ ਕਿਊ ਸ਼ਡਿਊਲਿੰਗ। ਇਹ ਤੁਹਾਨੂੰ ਮੈਂ ਅਗਲੀ ਰਿਕਾਰਡਿੰਗ ਵਿੱਚ ਪਾਉਂਦੀ ਹਾਂ, ਠੀਕ ਹੈ। ਤਾਂ ਇਸ ਰਿਕਾਰਡਿੰਗ ਨੂੰ ਪਹਿਲੀ ਨੂੰ ਸੁਣ ਲਓ, ਮਲਟੀ ਲੈਵਲ ਕਿਊ ਸ਼ਡਿਊਲਿੰਗ ਕੀ ਹੁੰਦੀ ਹੈ।